Welcome all of you. Today I am going to present my topic Ecological Systems Theory of Development. This is the theory given by Bronfenbrenner. He was born in 1917 and died in 2005. So uh, his biography is he was born in Moscow, Soviet Union, 1917, and when he was of 6 years, he shifted to America and he studied psychology, music, masters in education, and he did his doctorate, PhD in development psychology. And of course, he created a ecological systems theory which is very popular for understanding the nature of the students and the impact of the environment upon the students. And he was of 88 when he died in 2005. ਜੇ ਅਸੀਂ ਬ੍ਰੌਨਫੈਨ ਬ੍ਰੈਨਰ ਦੇ ਥਿਊਰੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਉਸਨੇ ਬੜੇ ਜ਼ੋਰਦਾਰ ਸ਼ਬਦਾਂ ਨਾਲ ਇਸ ਗੱਲ 'ਤੇ ਫੋਕਸ ਕੀਤਾ ਸੀ ਕਿ ਬੱਚੇ ਦੀ ਜੋ ਡਿਵੈਲਪਮੈਂਟ ਹੈ ਉਸ ਦੇ ਵਿੱਚ ਦੋ ਚੀਜ਼ਾਂ ਬਹੁਤ ਮੇਜਰ ਰੋਲ ਪਲੇ ਕਰਦੀਆਂ ਨੇ ਵਟ ਇਜ਼ ਦ ਬਾਇਓਲੋਜੀਕਲ ਇਨਫਲੂਐਂਸ ਐਂਡ ਅਨਦਰ ਵਨ ਇਜ਼ ਐਨਵਾਇਰਨਮੈਂਟ ਸੋ ਬੱਚੇ ਦੀ ਬਾਇਓਲੋਜੀ ਔਰ ਬੱਚਾ ਕਿਸ ਤਰ੍ਹਾਂ ਦੇ ਐਨਵਾਇਰਨਮੈਂਟ ਦੇ ਵਿੱਚ ਜਨਮ ਲੈਂਦਾ ਹੈ ਕਿਸ ਤਰ੍ਹਾਂ ਦੇ ਐਨਵਾਇਰਨਮੈਂਟ ਦੇ ਵਿੱਚ ਰਹਿੰਦਾ ਹੈ ਇਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਫੋਕਸ ਕਰਦੀਆਂ ਨੇ ਬੱਚੇ ਦੀ ਪਰਸਨੈਲਿਟੀ ਦੇ ਉੱਤੇ ਸੋ ਦ ਐਨਵਾਇਰਨਮੈਂਟ ਅਫੈਕਟਸ ਦ ਚਾਈਲਡ ਐਂਡ ਦ ਚਾਈਲਡ ਇਨਫਲੂਐਂਸਿਸ ਦ ਐਨਵਾਇਰਨਮੈਂਟ ਦੇਖੋ ਬੱਚੇ ਦੇ ਉੱਤੇ ਅਫੈਕਟ ਪਾਉਂਦਾ ਹੈ ਐਨਵਾਇਰਨਮੈਂਟ ਔਰ ਇਨ ਰਿਟਰਨ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਆਪਣੇ ਆਪਣੇ ਥਾਂ 'ਤੇ ਰਹਿੰਦੇ ਹੋਏ ਉਹ ਐਨਵਾਇਰਨਮੈਂਟ ਨੂੰ ਚੇਂਜ ਕਰਦੇ ਨੇ ਐਨਵਾਇਰਨਮੈਂਟ ਉਹਨਾਂ ਨੂੰ ਚੇਂਜ ਕਰਦਾ ਸੋ ਇੱਕ ਇਹ ਚੇਂਜ ਹੈ ਜਿਹੜੀ ਇਕੋਲੋਜੀਕਲ ਸਿਸਟਮ ਦੀ ਥਿਊਰੀ ਨੂੰ ਬਣਾਉਂਦੀ ਹੈ ਇੱਥੇ ਜੇ ਤੁਸੀਂ ਦੇਖੋ ਮੇਨ ਇਹਨਾਂ ਨੇ ਐਕਚੁਅਲੀ 5 ਸਿਸਟਮਸ ਦੀ ਗੱਲ ਕੀਤੀ ਸੀ ਇੱਥੇ ਇਸ ਗ੍ਰਾਫ ਦੇ ਵਿੱਚ ਅਸੀਂ 4 ਸਿਸਟਮਸ ਅਸੀਂ ਦੇਖ ਰਹੇ ਹਾਂਗੇ ਮਾਈਕਰੋ ਸਿਸਟਮ ਮੇਜ਼ੋ ਸਿਸਟਮ ਐਗਜ਼ੋ ਸਿਸਟਮ ਐਂਡ ਮੈਕਰੋ ਸਿਸਟਮ ਸੋ ਤੁਸੀਂ ਦੇਖਦੇ ਹੋਗੇ ਕਿ ਜੋ ਮਾਈਕਰੋ ਸਿਸਟਮ ਹੈ ਅੱਗੇ ਮੈਂ ਤੁਹਾਨੂੰ ਵਨ ਬਾਏ ਵਨ ਇਸ ਨੂੰ ਐਕਸਪਲੇਨ ਕਰੂੰਗੀ ਮਾਈਕਰੋ ਸਿਸਟਮ ਜਿਹਦੇ ਵਿੱਚ ਸਾਡੇ ਬਿਲਕੁਲ ਨੇੜਲੇ ਰਿਲੇਸ਼ਨਸ ਨੇ ਜਿਵੇਂ ਬੱਚਾ ਦਿਖਾਇਆ ਰੈੱਡ ਦੇ ਵਿੱਚ ਦੇਖੋ ਬੱਚਾ ਬੈਠਾ ਹੈ ਔਰ ਉਸ ਦੇ ਵਿੱਚ ਅਸੀਂ ਇਹ ਦੇਖਦੇ ਹਾਂਗੇ ਕਿ ਉਸਦੀ ਫੈਮਿਲੀ ਹੈ ਜੋ ਉਹ ਮਾਈਕਰੋ ਸਿਸਟਮ ਦੇ ਵਿੱਚ ਆਉਂਦੀ ਹੈ ਜਾਂ ਉਸ ਦੇ ਨੇੜੇ ਦੇ ਜੋ ਸੰਬੰਧ ਨੇਗੇ ਦੈਨ ਮੀਜ਼ੋ ਸਿਸਟਮ ਹੈ ਮੀਜ਼ੋ ਸਿਸਟਮ ਦੇ ਵਿੱਚ ਅੱਗੇ ਮੈਂ ਤੁਹਾਨੂੰ ਸਾਰਾ ਐਕਸਪਲੇਨ ਕਰਾਂਗੀ ਮੀਜ਼ੋ ਸਿਸਟਮ ਦੇ ਵਿੱਚ ਇਹਨਾਂ ਨੇ ਹੈਲਥ ਕੇਅਰ ਸਰਵਿਸਿਜ਼ ਦੱਸਦੀਆਂ ਰਿਲੀਜੀਅਸ ਇੰਸਟੀਟਿਊਸ਼ਨ ਐਂਡ ਪੀਅਰ ਗਰੁੱਪ ਸਕੂਲ ਦੈਨ ਐਕਸੋ ਸਿਸਟਮ ਉਹਦੇ ਵਿੱਚ ਐਕਸਟੈਂਡਡ ਫੈਮਿਲੀ ਮੀਡੀਆ then legal services then neighbors and macro system ਦੇ ਵਿੱਚ ਕੀ ਹੈ ਤੁਹਾਡਾ ਕਲਚਰ ਤੁਹਾਡਾ ਲਾਅ ਐਂਡ ਤੁਹਾਡੀ ਸੋਸ਼ਲ ਕਲਾਸ ਸੋ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਵਨ ਬਾਏ ਵਨ ਇਕੋਲੋਜੀਕਲ ਸਿਸਟਮ ਥਿਊਰੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਸਕੂਲ ਫੈਮਿਲੀ ਪੀਅਰ ਗਰੁੱਪ ਨੇਬਰਸ ਕਲਚਰ ਇਹ ਸਾਰੇ ਰਲ ਕੇ all of them influence the development of the child collectively actually family influence ਕਰਦੀ ਹੈ ਬੱਚੇ ਦੀ ਡਿਵੈਲਪਮੈਂਟ ਨੂੰ ਉਸ ਦੇ ਦੋਸਤ ਮਿੱਤਰ ਕੈਸੇ ਨੇ ਉਹ ਬਹੁਤ ਜ਼ਿਆਦਾ ਇਨਫਲੂਐਂਸ ਕਰਦੇ ਨੇ ਕਿਸ ਤਰ੍ਹਾਂ ਦੇ ਐਨਵਾਇਰਨਮੈਂਟ ਦੇ ਵਿੱਚ ਉਹਦੀ ਨੇਬਰਹੁੱਡ ਕੈਸੀ ਹੈ ਔਰ ਕਿਸ ਤਰ੍ਹਾਂ ਦਾ ਜੋ ਉਸਦਾ ਕਲਚਰ ਹੈ ਸੋ ਇਹ ਸਾਰੀਆਂ ਚੀਜ਼ਾਂ ਕੋਲੈਕਟਿਵਲੀ ਡਿਵੈਲਪਮੈਂਟ ਨੂੰ ਇਨਫਲੂਐਂਸ ਕਰਦੀਆਂ ਨੇ ਦੈਨ ecological system theory it is the result of the relationships between people and their environment ਦੇਖੋ ਦੋ ਚੀਜ਼ਾਂ ਤੇ ਬੇਟਾ ਫੋਕਸ ਹੈ one is interrelationship means the relations of a child with his or her family with his or her peer group so we can say relations between people and the environment means the scenario the जो सोशियो इकोनॉमिक सिस्टम है सोशियो इकोनॉमिक एनवायरनमेंट है किस तरह के एनवायरनमेंट ਦੇ ਵਿੱਚ ਬੱਚਾ ਐਗਜ਼ਿਸਟ ਕਰ ਰਿਹਾ ਹੈਗਾ that is very much important in ecological systems theory
ਸੋ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਫਸਟ ਵਨ ਇਜ਼ ਮਾਈਕਰੋ ਸਿਸਟਮ, ਜਿਹੜਾ ਸਭ ਤੋਂ ਛੋਟਾ ਸਿਸਟਮ ਹੈ। ਦੇਖੋ ਜਦੋਂ ਅਸੀਂ ਜਨਮ ਲੈਂਦੇ ਹਾਂ, ਅਸੀਂ ਜਿੰਨੀ ਦੇਰ ਤੱਕ ਵੱਡੇ ਨਹੀਂ ਹੁੰਦੇ, ਵੱਡੇ ਇਨ ਦ ਸੈਂਸ ਕਿ ਜਿੰਨੀ ਦੇਰ ਤੱਕ ਅਸੀਂ ਸਕੂਲ ਨਹੀਂ ਜਾਣ ਲੱਗਦੇ, ਵੀ ਆਰ ਦਾ ਪਾਰਟ ਆਫ ਮਾਈਕਰੋ ਸਿਸਟਮ, ਜਿਸ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਡਾ ਇਮੀਡੀਏਟ ਐਨਵਾਇਰਨਮੈਂਟ ਮੀਨਸ ਤੁਹਾਡੇ ਜੋ ਫਸਟ ਰਿਲੇਸ਼ਨਸ ਨੇ, ਤੁਹਾਡੀ ਮਦਰ, ਤੁਹਾਡਾ ਫਾਦਰ, ਤੁਹਾਡੇ ਬ੍ਰਦਰ ਸਿਸਟਰ, ਜਿੰਨੀ ਦੇਰ ਤੱਕ ਤੁਸੀਂ ਬਾਹਰ ਅੰਦਰ ਨਹੀਂ ਜਾਣ ਲੱਗਦੇ, ਜਾਂ ਕੁਝ ਐਸੇ ਲੋਕ ਹੋ ਸਕਦੇ ਨੇ ਜਿਹੜੇ ਤੁਹਾਡੇ ਘਰ ਦੇ ਵਿੱਚ ਫ੍ਰੀਕੁਐਂਟ ਵਿਜ਼ਿਟਰਸ ਨੇ, ਉਹ ਵੀ ਤੁਹਾਡੇ ਇਸ ਦਾ ਇੱਕ ਪਾਰਟ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਤੁਹਾਡੇ ਕੋਈ ਕਜ਼ਨਸ, ਤੁਹਾਡੇ ਚਾਚੇ ਤਾਏ, ਕੁਝ ਵੀ। ਸੋ ਮਾਈਕਰੋ ਸਿਸਟਮ ਦੇ ਵਿੱਚ ਆ ਗਿਆ immediate environments where the child has the most interactions। ਸਿਰਫ ਉਹੀ ਲੋਕਾਂ ਨੂੰ ਅਸੀਂ ਇਹਦੇ ਵਿੱਚ ਇਨਕਲੂਡ ਕਰਾਂਗੇ ਜਿਨ੍ਹਾਂ ਦੇ ਨਾਲ ਬੱਚਾ ਇੰਟਰੈਕਟ ਕਰਦਾ। ਮੰਨ ਲਓ ਸਾਡੇ ਘਰ ਦੇ ਵਿੱਚ ਕੁਝ ਵਿਜ਼ਟਰਸ ਆਉਂਦੇ ਨੇ, ਤੁਹਾਡੇ ਮੰਮੀ ਪਾਪਾ ਉਹਨਾਂ ਨਾਲ ਗੱਲਾਂ ਕਰਦੇ ਨੇ, ਬਟ ਯੂ ਆਰ ਨਾਟ ਟਾਕਿੰਗ ਟੂ them ਜਾਂ ਯੂ ਆਰ ਨਾਟ ਇੰਟਰੈਕਟਿੰਗ ਟੂ them, ਸੋ ਅਸੀਂ ਉਸ ਨੂੰ ਨਹੀਂ ਇਨਕਲੂਡ ਕਰਾਂਗੇ। ਅਸੀਂ ਮੇਨ ਇਨਕਲੂਡ ਕਰਦੇ ਹਾਂ ਕਿ ਬੱਚੇ ਦੀ ਜ਼ਿਆਦਾ ਇੰਟਰੈਕਸ਼ਨ ਕਿਸ ਦੇ ਨਾਲ ਹੁੰਦੀ ਹੈਗੀ, ਉਸ ਨੂੰ ਅਸੀਂ ਮਾਈਕਰੋ ਸਿਸਟਮ ਚ ਲਵਾਂਗੇ ਜਿਹੜੇ ਬੱਚੇ ਨੂੰ ਇਨਫਲੂਐਂਸ ਕਰਦੇ ਨੇ, ਉਸ ਦੀ ਮਦਰ, ਉਸ ਦਾ ਫਾਦਰ, ਉਸ ਦੇ ਬ੍ਰਦਰ ਸਿਸਟਰ ਸਿਬਲਿੰਗਸ, ਔਰ ਉਸ ਦੇ ਦਾਦੀ ਦਾਦਾ ਜਿਹੜੇ ਵੀ ਘਰ ਦੇ ਵਿੱਚ ਰਹਿੰਦੇ ਨੇ। ਸੋ ਦੈਨ ਇਜ਼ ਮਾਈਕਰੋ ਸਿਸਟਮ comprises the daily home, school or daycare, peer group and community environment of children। ਮਾਈਕਰੋ ਸਿਸਟਮ ਦੇ ਵਿੱਚ ਇਹ ਵੀ ਹੈ ਕਿ ਜੋ ਬੱਚਾ ਜਿੱਥੇ, ਜਿਵੇਂ ਸਪੋਜ਼ ਜਦੋਂ ਥੋੜਾ ਹੀ ਵੱਡਾ ਹੋ ਗਿਆ, ਉਸਨੂੰ ਸਕੂਲ 'ਚ ਭੇਜਣਾ ਸ਼ੁਰੂ ਕਰਤਾ, ਤਾਂ ਜਿਹੜੀ ਵੀ ਉਹਦੀ ਸਕੂਲ ਟੀਚਰ ਹੈ, ਜਿਹੜੇ ਵੀ ਉਹ ਸਕੂਲ ਦੇ ਕਲਾਸ ਟੀਚਰ ਹੈ, ਜਾਂ ਉਸਦੇ ਫਰੈਂਡਸ ਨੇਗੇ, ਜਾਂ ਡੇ ਕੇਅਰ 'ਚ ਅਸੀਂ ਭੇਜਦੇ ਹਾਂ, ਜਾਂ ਉਹਦੇ ਪੀਅਰ ਗਰੁੱਪ ਹੈ, ਜਾਂ ਜੋ ਬੱਸ ਦੇ ਜੋ ਵੀ ਸਾਰੇ ਸਕੂਲ 'ਚੋਂ ਜੋ ਉਹਦੀ ਬੱਸ ਦਾ ਡਰਾਈਵਰ ਹੈ। ਸੋ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜੋ ਵੀ ਕਮਿਊਨਿਟੀ ਹੈ ਬੱਚੇ ਦੇ ਅਰਾਊਂਡ, ਉਹ ਸਾਰੇ ਬੱਚੇ ਦੇ ਮਾਈਕਰੋ ਸਿਸਟਮ ਦੇ ਵਿੱਚ ਆ ਜਾਂਦੇ ਨੇ। ਸੋ maybe now you have understand very well that microsystem is the system which has the immediate relations of a child। Immediate relations means parents of a child and siblings of a child, and we can say his classmates, these are the part of microsystem। Then is mesosystem। Mesosystem contains the relationship between the microsystems। ਇਹ ਕਿਵੇਂ ਹੁੰਦਾ? ਹੁਣ ਮੈਜ਼ੋਸਿਸਟਮ ਕੀ ਹੋਏਗਾ? ਤੁਸੀਂ ਕੱਲੇ ਕੱਲੇ, ਜਿਵੇਂ ਮੇਰਾ ਇੱਕ ਮਾਈਕਰੋ ਸਿਸਟਮ ਹੈ। ਮਾਈਕਰੋ ਸਿਸਟਮ ਕਿਵੇਂ ਹੈ ਕਿ ਮੇਰੀ ਜੋ ਫੈਮਿਲੀ, ਠੀਕ, ਔਰ ਤੁਸੀਂ, ਤੁਹਾਡੀ ਜੋ ਫੈਮਿਲੀ, ਤੁਹਾਡਾ ਸਕੂਲ, ਮੇਰਾ ਸਕੂਲ, ਇਹ ਸਾਰੇ ਅਸੀਂ ਆਪਣੀ ਆਪਣੀ ਜਗ੍ਹਾ ਤੇ ਮਾਈਕਰੋ ਸਿਸਟਮ ਆ। ਜਿਵੇਂ ਜਦੋਂ ਤੁਸੀਂ ਕਾਲਜ ਚੱਲ ਕੇ ਆਉਂਦੇ ਹੋਗੇ, ਤਾਂ ਉਸ ਕਾਲਜ ਦੇ ਵਿੱਚ ਤੁਹਾਡੇ ਨਵੇਂ ਰਿਲੇਸ਼ਨ ਬਣਦੇ ਨੇ, ਔਰ ਜਦੋਂ ਤੁਹਾਡੇ ਨਵੇਂ ਰਿਲੇਸ਼ਨ ਬਣਦੇ ਨੇ, ਇੱਕ ਚੇਨ ਬਣਦੀ ਹੈ। ਤੁਸੀਂ ਦੇਖਦੇ ਹੋਗੇ ਕਿ ਦਿਸ ਇਜ਼ ਕਾਲਡ ਦ ਮੀਜ਼ੋ ਸਿਸਟਮ, ਜਿਹਦੇ ਵਿੱਚ ਮਾਈਕਰੋ ਸਿਸਟਮਸ ਦੀ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਬਣਦੀ ਹੈ। ਕਿਸ ਤਰੀਕੇ ਨਾਲ? ਤੁਹਾਡੇ ਪੈਰੈਂਟ ਟੀਚਰ ਮੀਟਿੰਗ ਤੇ ਆਉਂਦੇ ਆ, ਉਹ ਤੁਹਾਨੂੰ ਨਹੀਂ ਜਾਣਦੇ, ਟੀਚਰਸ ਨੇ ਜਿਹੜੇ, ਉਹ ਤੁਹਾਡੇ ਪੈਰੈਂਟਸ ਨੂੰ ਸੌਰੀ ਨਹੀਂ ਜਾਣਦੇ, ਪਰ ਤੁਸੀਂ ਇੱਕ ਮੇਨ ਸੋਰਸ ਆਫ ਲਿੰਕ ਹੋ ਦੋਨਾਂ ਦੇ ਵਿੱਚ। ਉਹ ਤੁਹਾਡੀ ਟੀਚਰ ਹੈ ਤੇ ਉਹ ਤੁਹਾਡੀ ਮਦਰ ਹੈ। ਸੋ ਉਹਨਾਂ ਦੀ ਜਿਹੜੇ ਦੋਨੋਂ ਮਾਈਕਰੋ ਸਿਸਟਮਸ ਨੇ, ਜਦੋਂ ਉਹਨਾਂ ਦਾ ਮੇਲ ਹੁੰਦਾ ਗਾ, ਦੋਜ਼ ਆਰ ਦਾ ਪਾਰਟ ਆਫ ਮੀਜ਼ੋ ਸਿਸਟਮ। ਇਹਦੇ ਵਿੱਚ ਮੇਨ ਕੀ ਸਮਝਣਾ ਤੁਸੀਂ, ਕਿ ਜਦੋਂ ਵੀ ਅਸੀਂ ਆਪਣੇ ਮਾਈਕਰੋ ਸਿਸਟਮਸ ਤੋਂ ਬਾਹਰਲੇ ਰਿਲੇਸ਼ਨਸ ਡਿਵੈਲਪ ਕਰਦੇ ਆਂਗੇ, ਜਿਵੇਂ ਤੁਹਾਡੇ ਘਰ ਦੇ ਵਿੱਚ ਤੁਹਾਡੀ ਸਿਸਟਰ ਦੇ ਫਰੈਂਡਸ ਆਉਂਦੀਆਂ, ਤੁਹਾਡੇ ਬ੍ਰਦਰ ਦੇ ਫਰੈਂਡਸ ਆਉਂਦੇ ਨੇ, ਔਰ ਤੁਹਾਡੇ ਫਰੈਂਡਸ ਆਉਂਦੇ ਨੇ, ਤੁਹਾਡੇ ਪੈਰੈਂਟਸ, ਅੰਕਲ ਆਂਟੀ, ਕੁਛ ਵੀ ਜਿਹੜੇ ਲੋਕ ਆਉਂਦੇ ਨੇਗੇ, ਵਿਜ਼ਟਰਸ ਆਉਂਦੇ ਨੇ, ਉਹ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਆਉਂਦੇ ਆ, ਮੀਨਸ ਉਹ ਅੱਗੇ ਅੱਗੇ ਸਿਸਟਮ ਤੁਹਾਡਾ ਕੀ ਹੋਈ ਜਾਊਗਾ? ਸਿਸਟਮ ਵੱਡਾ ਹੋਈ ਜਾਊਗਾ, ਵਾਈਡ ਹੋਈ ਜਾਊਗਾ, ਤੁਹਾਡੇ ਰਿਲੇਸ਼ਨਸ ਨੇ ਜਿਹੜੇ ਨਵੇਂ ਬਣੀ ਜਾਣਗੇ। ਥੀਸ ਆਰ ਦਾ ਪਾਰਟ ਆਫ ਮੀਜ਼ੋ ਸਿਸਟਮ। ਸੋ ਮੀਜ਼ੋ ਸਿਸਟਮ ਦੇ ਵਿੱਚ ਇੰਟਰਕਨੈਕਸ਼ਨਸ ਕਿਹਨਾਂ ਦੇ ਵਿੱਚ ਹੁੰਦੇ ਨੇ? ਕਿ ਮਾਈਕਰੋ ਸਿਸਟਮਸ ਦੇ ਵਿੱਚ। ਮਾਈਕਰੋ ਸਿਸਟਮ ਕਿਵੇਂ? ਕਿ ਦੋ ਬੱਚੇ ਨੇ, ਇੱਕ ਬੱਚਾ ਹੈ, ਜਿਵੇਂ ਤੁਸੀਂ ਕਹੋ ਇੱਕ ਰੀਆ ਹੈ, ਇੱਕ ਪ੍ਰਿਆ ਹੈ, ਔਰ ਰੀਆ ਦੇ ਮਾਈਕਰੋ ਸਿਸਟਮ 'ਚ ਕੌਣ ਕੌਣ ਆਏਗਾ? ਉਹਦੀ ਮੰਮੀ ਪਾਪਾ, ਉਹਦੇ ਭੈਣ ਭਰਾ। ਇੱਧਰ ਪ੍ਰਿਆ ਦੇ ਸਿਸਟਮ 'ਚ ਵੀ, ਮਾਈਕਰੋ ਸਿਸਟਮ 'ਚ ਕੌਣ ਨੇ? ਉਹਦੇ ਮੰਮੀ ਪਾਪਾ, ਇਮੀਡੀਏਟ ਰਿਲੇਸ਼ਨਸ। ਹੁਣ ਰੀਆ ਤੇ ਪ੍ਰਿਆ ਦੋਨਾਂ ਇੱਕ ਹੀ ਕਲਾਸ ਦੇ ਵਿੱਚ ਪੜ੍ਹਨ ਲੱਗੀਆਂ। ਹੁਣ ਜਦੋਂ ਉਹਨਾਂ ਦੀ ਪੈਰੈਂਟ ਟੀਚਰ ਮੀਟਿੰਗ ਹੁੰਦੀ ਹੈ, ਤਾਂ ਉੱਥੇ ਰੀਆ ਪ੍ਰਿਆ ਦੇ ਮੰਮੀ ਪਾਪਾ ਵੀ ਆਪਸ 'ਚ ਮਿਲਦੇ ਨੇਗੇ, ਔਰ ਫਿਰ ਉਹ ਇੱਕ ਦੂਸਰੇ ਦੇ ਘਰੇ ਆਉਣਾ ਜਾਣਾ ਵੀ ਸ਼ੁਰੂ ਕਰਦੇ ਨੇਗੇ, ਉਹ ਇੱਕ ਦੂਸਰੇ ਨੂੰ ਫੋਨ ਕਾਲਸ ਵੀ ਕਰਦੇ ਨੇ। ਸੋ
ਫਿਰ ਕੀ ਹੋ ਗਿਆ, ਦੇਖੋ ਇੰਟਰੈਕਸ਼ਨ ਸ਼ੁਰੂ ਹੋ ਗਈ, ਇੱਕ ਫੈਮਿਲੀ ਦੀ ਫੈਮਿਲੀ ਨਾਲ, ਔਰ ਤੀਸਰੀ ਟੀਚਰਸ ਦੇ ਨਾਲ ਵੀ ਹੋ ਗਈ। ਤੁਸੀਂ ਮੀਟਿੰਗ ਤੇ ਜਾਂਦੇ ਹੋ, ਤੁਹਾਨੂੰ ਬਾਈ ਨੇਮ ਤੁਹਾਡੇ ਟੀਚਰਸ, ਤੁਹਾਡੇ ਪੈਰੈਂਟਸ ਨੂੰ ਜਾਣਨਾ ਸ਼ੁਰੂ ਕਰਦੇ ਨੇ। ਸੋ ਦਿਸ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਚਾਈਲਡਸ ਪੀਅਰਸ ਐਂਡ ਦ ਫੈਮਿਲੀ। ਸੋ ਹੁਣ ਤੁਸੀਂ ਦੇਖਦੇ ਹੋ ਕਿ ਸਰਕਲ ਹੈ ਜਿਹੜਾ ਉਹ ਵਾਈਡ ਹੋ ਗਿਆ। ਇੱਕ ਬੱਚਾ, ਬੱਚੇ ਦੇ ਥਰੂ ਉਸਦੇ ਟੀਚਰਸ ਕਿਹਨੂੰ ਮਿਲੇ, ਉਹਦੇ ਪੈਰੈਂਟਸ ਨੂੰ ਮਿਲੇ। ਬੱਚੇ ਦੇ ਥਰੂ ਪੈਰੈਂਟਸ ਆਪਦੇ ਬੱਚੇ ਦੇ ਦੋਸਤਾਂ ਦੇ ਪੈਰੈਂਟਸ ਨੂੰ ਮਿਲੇ। ਸੋ ਦਿਸ ਇਜ਼ ਦ ਪਾਰਟ ਆਫ ਮੀਜ਼ੋ ਸਿਸਟਮ। ਔਰ ਇਸ ਦੇ ਵਿੱਚ ਉਹਨਾਂ ਨੇ ਇੱਕ ਬੜੀ ਅੱਛੀ ਐਗਜ਼ਾਮਪਲ ਦਿੱਤੀ ਹੈ ਕਿ ਇੰਟਰੈਕਸ਼ਨਸ ਵਿਦਨ ਦ ਮਾਈਕਰੋ ਸਿਸਟਮਸ ਟਿਪੀਕਲੀ ਇਨਵੋਲਵ ਪਰਸਨਲ ਰਿਲੇਸ਼ਨਸ ਵਿਦ ਫੈਮਿਲੀ ਮੈਂਬਰਸ, ਕਲਾਸਮੇਟਸ, ਕੇਅਰ ਗਿਵਰਸ। ਸੋ ਜੋ ਗਰੁੱਪਸ ਨੇ, ਇੰਡੀਵਿਜੂਅਲਸ ਨੇ, ਉਹ ਇੰਟਰੈਕਟ ਕਰਦੇ ਨੇ ਬੱਚਿਆਂ ਦੇ ਨਾਲ। ਔਰ ਆਫ ਕੋਰਸ ਅਸੀਂ ਦੇਖਾਂਗੇ ਕਿ ਇੱਕ ਪੋਜ਼ਿਟਿਵ ਇੰਪੈਕਟ ਹੋਏਗਾ, ਇੱਕ ਨੈਗੇਟਿਵ ਇੰਪੈਕਟ ਹੋਏਗਾ। ਪੋਜ਼ਿਟਿਵ ਇੰਪੈਕਟ ਕਿਵੇਂ ਹੋਏਗਾ? ਪੋਜ਼ਿਟਿਵ ਇੰਪੈਕਟ ਹੋਏਗਾ ਕਿ ਜੇ ਤੁਹਾਡੇ ਪੈਰੈਂਟਸ ਨੇ ਜਿਹੜੇ ਐਕਟਿਵਲੀ ਇਨਵੋਲਵ ਨੇ ਕਿਸ ਚੀਜ਼ ਦੇ ਵਿੱਚ, ਕਿ ਉਹ ਐਕਟਿਵਲੀ ਇਨਵੋਲਵ ਨੇ ਜਦੋਂ ਉਹਨਾਂ ਦੇ ਬੱਚਿਆਂ ਦੇ ਜਿਹੜੇ ਫਰੈਂਡਸ ਉਹਨਾਂ ਦੇ ਘਰੇ ਆਉਂਦੇ ਆ ਤੇ ਪੈਰੈਂਟਸ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਟਰੀਟ ਕਰਦੇ ਨੇ, ਉਹਨਾਂ ਨਾਲ ਟਾਈਮ ਸਪੈਂਡ ਕਰਦੇ ਨੇ, ਤਾਂ ਇਹਦੇ ਨਾਲ ਬੱਚੇ ਦੀ ਡਿਵੈਲਪਮੈਂਟ ਦੇ ਉੱਤੇ ਪੋਜ਼ਿਟਿਵ ਅਸਰ ਪੈਂਦਾ ਹੈ ਕਿ ਹਾਂਜੀ ਮੇਰੇ ਬਣਾਏ ਹੋਏ ਰਿਲੇਸ਼ਨਸ ਨੂੰ ਮਾਈ ਪੈਰੈਂਟਸ ਆਰ ਐਕਸੈਪਟਿੰਗ, ਦੇ ਆਰ ਗਿਵਿੰਗ ਐਕਸੈਪਟੈਂਸ। ਔਰ ਇਸ ਦੇ ਨਾਲ ਲਾਈਕ ਮਾਈਂਡਡਨੈਸ ਡਿਵੈਲਪ ਹੁੰਦੀ ਹੈ। ਪੈਰੈਂਟਸ ਆਪਣੇ ਬੱਚੇ ਦੇ ਨਾਲ ਇੱਕ ਹਾਰਮਨੀ, ਇੱਕ ਅਫੈਕਸ਼ਨ, ਇੱਕ ਅੰਡਰਸਟੈਂਡਿੰਗ ਦਾ ਰਿਲੇਸ਼ਨ ਡਿਵੈਲਪ ਹੁੰਦਾ। ਔਰ ਦੂਸਰੇ ਪਾਸੇ ਔਨ ਦ ਅਦਰ ਹੈਂਡ, if the child's parents dislike their child's peers and openly criticize them, ਹੁਣ ਇੱਥੇ ਕੀ ਹੈ ਕਿ ਜੇ ਬੱਚੇ ਦੇ, ਕੁਝ ਬੱਚਿਆਂ ਦੇ ਪੈਰੈਂਟਸ ਉਹ ਆਪਦੇ ਬੱਚੇ ਦੇ ਦੋਸਤਾਂ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਮੈਨੂੰ ਨਹੀਂ ਤੇਰੀ ਉਹ ਫਰੈਂਡ ਪਸੰਦ, ਜਾਂ ਕਿਉਂ ਤੂੰ ਮੁੰਡਿਆਂ ਨੂੰ ਘਰੇ ਲੈ ਕੇ ਆਉਣਾ, ਤਾਂ ਇਹਦੇ ਨਾਲ ਕੀ ਹੁੰਦਾ ਹੈ, ਜਦੋਂ ਅਸੀਂ ਓਪਨਲੀ ਕ੍ਰਿਟਿਸਾਈਜ਼ ਕਰ ਦਿਆਂਗੇ ਤਾਂ ਇਮੋਸ਼ਨਸ ਦੇ ਵਿੱਚ ਕਨਫਲਿਕਸ਼ਨ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਨੈਗੇਟਿਵ ਡਿਵੈਲਪਮੈਂਟ ਹੁੰਦੀ ਹੈ। ਸੋ ਜੋ ਬ੍ਰੌਨ ਫੈਨ ਬ੍ਰੈਨਰ ਸੀ, ਉਸਨੇ ਇਹ ਗੱਲ ਕਹੀ ਸੀ ਕਿ ਪੀਪਲ ਐਂਡ ਪਲੇਸਿਸ that children may not directly interact with may still have an impact on their lives। ਕਈ ਵਾਰੀ ਸਾਡਾ ਕਿਸੇ ਨਾਲ ਡਾਇਰੈਕਟ ਸੰਬੰਧ ਨਹੀਂ ਹੁੰਦਾ, ਫਿਰ ਵੀ ਤੁਸੀਂ ਉਸ ਚੀਜ਼ ਨੂੰ ਕੀ ਕਰਦੇ ਹੋ, ਉਸ ਚੀਜ਼ ਤੋਂ ਅਸੀਂ ਇਨਫਲੂਐਂਸ ਹੁੰਦੇ ਹਾਂ। ਲਾਈਕ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਵੇਂ ਵਰਕ ਪਲੇਸਿਸ ਤੇ ਆ, ਸਪੋਜ਼ ਮੈਂ ਕਾਲਜ ਗਈ, ਕਾਲਜ ਦੇ ਵਿੱਚ ਮੇਰੀ ਕਿਸੇ ਵੀ ਵਜ੍ਹਾ ਕਰਕੇ ਮੇਰੇ ਬੌਸ ਦੇ ਨਾਲ ਕੋਈ ਆਰਗੂਮੈਂਟ ਹੋ ਗਈ, ਤਾਂ ਮੈਂ ਡਿਸਟਰਬ ਹਾਂ। ਜਦੋਂ ਮੈਂ ਡਿਸਟਰਬ ਹਾਂ, ਤਾਂ ਜਦੋਂ ਮੈਂ ਘਰੇ ਆਉਣੀ ਆ ਤੇ ਘਰੇ ਆ ਕੇ ਆਫ ਕੋਰਸ ਉਹ ਵਾਲੀ ਜੋ ਮੇਰੀ ਫਰਸਟ੍ਰੇਸ਼ਨ ਹੈ ਉਹ ਪਾਸ ਔਨ ਹੋ ਜਾਏਗੀ। ਮੈਂ ਕਿਸ ਨੂੰ ਪਾਸ ਔਨ ਕਰੂੰਗੀ? ਆਪਣੇ ਬੱਚਿਆਂ ਨੂੰ ਕਰ ਸਕਦੀ ਹਾਂ, ਔਰ ਉਹਨਾਂ ਨਾਲ ਮਿਸਟਰੀਟ ਕਰ ਸਕਦੀ ਹਾਂ। ਸੋ ਇਸ ਦਾ ਮਤਲਬ ਕੀ ਹੈ ਕਿ ਜੋ ਬੱਚੇ ਨੇ ਉਹਨਾਂ ਨੂੰ ਪਾਸ ਹੋ ਜਾਂਦੀ ਹੈ ਸਾਡੀ ਫਰਸਟ੍ਰੇਸ਼ਨ, ਸਾਡੀ ਇੰਗਜ਼ਾਇਟੀ, ਸਾਡਾ ਸਟ੍ਰੈਸ। ਇਹਦਾ ਮਤਲਬ ਬੱਚੇ ਕੋਲੇ, ਦੇਖੋ ਬੱਚੇ ਨੂੰ ਡਾਇਰੈਕਟਲੀ ਕੁਝ ਨਹੀਂ ਕਿਹਾ ਸੀ ਉਹਦੇ ਤੁਹਾਡੇ ਬੌਸ ਨੇ, ਪਰ ਤੁਹਾਡੇ ਬੌਸ ਨੇ ਤੁਹਾਨੂੰ ਝਿੜਕਿਆ, ਤੁਸੀਂ ਅੱਗੇ ਆ ਕੇ ਆਪਣੇ ਬੱਚੇ ਨੂੰ ਝਿੜਕਿਆ। ਇਹਦਾ ਮਤਲਬ ਕੀ ਹੈ ਕਿ ਇਹ ਚੀਜ਼ਾਂ ਵੀ ਅੱਗੇ ਅੱਗੇ ਇਨਫਲੂਐਂਸ ਕਰਦੀਆਂ ਰਹਿੰਦੀਆਂ ਨੇ। ਦੈਨ ਹੈ ਐਕਸੋਸਿਸਟਮ। ਐਕਸੋਸਿਸਟਮ ਇਸ ਦੇ ਵਿੱਚ ਜਿਹੜੀਆਂ ਇੰਸਟੀਟਿਊਸ਼ਨਸ ਨੇ ਸਾਡੀ ਸੋਸਾਇਟੀ ਦੀਆਂ, ਦੈਟ ਡਾਇਰੈਕਟਲੀ ਅਫੈਕਟ ਚਾਈਲਡਸ ਡਿਵੈਲਪਮੈਂਟ। ਜਿਵੇਂ ਬੱਚੇ ਦੇ ਪੈਰੈਂਟਸ ਕਿਹੋ ਜਿਹੀ ਜਗ੍ਹਾ ਤੇ ਕੰਮ ਕਰਦੇ ਆ। ਸਪੋਜ਼ ਇੱਕ ਬੱਚਾ ਹੈ, ਹੀ ਔਰ ਸ਼ੀ ਇਜ਼ ਵੈਰੀ ਰਿਚ ਐਂਡ ਹੈ, ਔਰ ਉਸਦੇ ਜੋ ਪੈਰੈਂਟਸ ਨੇ ਉਹਨਾਂ ਦੀ ਜੋ ਵਰਕਿੰਗ ਪਲੇਸ ਹੈ ਬਹੁਤ ਅੱਛੀ ਹੈ, ਇਹਦੇ ਨਾਲ ਬੱਚੇ ਦੇ ਉੱਤੇ ਪੋਜ਼ਿਟਿਵ ਇੰਪੈਕਟ ਪੈਣਾ ਹੈ। ਹੋ ਸਕਦਾ ਇੱਕ ਬੱਚੇ ਦੇ ਪੈਰੈਂਟਸ ਨੇ ਜਿਹੜੇ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਸ ਨੂੰ ਕੋਈ ਰਿਸਪੈਕਟ ਨਹੀਂ ਮਿਲਦੀ। ਸੋ ਇਸ ਦਾ ਮਤਲਬ ਉਹ ਬੱਚੇ ਦੀ ਡਿਵੈਲਪਮੈਂਟ ਨੂੰ ਵੀ ਇਨਫਲੂਐਂਸ ਕਰਦੇ ਹੋ ਸਕਦੇ ਹੈਗੇ। ਔਰ ਸੈਕਿੰਡ ਨੰਬਰ ਤੇ ਸਾਡੇ ਪੈਰੈਂਟਸ ਦੀ ਪਾਕਟ 'ਚ ਕਿੰਨੇ ਪੈਸੇ ਨੇ? ਫੰਡਿੰਗ ਫॉर ਐਜੂਕੇਸ਼ਨ। ਸੋ ਸਾਡੇ ਪੈਰੈਂਟਸ ਦਾ ਕੰਮ, ਉਹਨਾਂ ਦੀ ਇਨਕਮ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਸੋਸ਼ੀਓ ਇਕਨੋਮਿਕ ਸਟੇਟਸ ਕੀ ਹੈ ਜਿਹੜਾ ਬੱਚੇ ਦੀ ਡਿਵੈਲਪਮੈਂਟ ਨੂੰ ਅਫੈਕਟ ਕਰਦਾ ਹੈ, ਔਰ ਇਸ ਦੀ ਸਮਝ ਬੱਚੇ ਨੂੰ ਥੋੜੀ ਦੇਰ ਬਾਅਦ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਅਸੀਂ ਇਹ ਦੇਖਦੇ ਹਾਂਗੇ ਕਿ ਇਹ ਬੱਚੇ ਦੇ ਮਾਈਕਰੋ ਸਿਸਟਮ ਨੂੰ ਕੀ ਕਰਦੇ ਆ, ਡਿਵੈਲਪ ਸੌਰੀ ਇਸ ਦੇ ਉੱਤੇ ਇੰਪੈਕਟ ਪਾਉਂਦੇ ਆ। ਦੈਨ ਤੁਸੀਂ ਦੇਖੋਗੇ ਐਗਜ਼ੋਸਿਸਟਮ। ਐਗਜ਼ੋਸਿਸਟਮ ਹੈ ਜਿਹੜਾ, ਇਸ ਦੇ ਵਿੱਚ
ਤੁਸੀਂ ਦੇਖੋ ਪਹਿਲਾਂ ਜਿਵੇਂ ਇਸ ਦੇ ਵਿੱਚ ਇੱਕ ਚਾਰਟ ਦਿੱਤਾ ਹੈ, ਦ ਇੰਡੀਵਿਜੂਅਲ ਕੀ ਹੈ, ਉਸਦੀ ਸੈਕਸ, ਏਜ, ਹੈਲਥ ਮੈਟਰ ਕਰੇਗੀ। ਮਾਈਕਰੋ ਸਿਸਟਮ ਦੀ ਗੱਲ ਕਰਨ ਲੱਗੇ ਆਪਾਂ ਦੁਬਾਰਾ ਤੋਂ ਸ਼ੁਰੂ ਤੋਂ। ਮਾਈਕਰੋ ਸਿਸਟਮ ਦੇ ਵਿੱਚ ਬੱਚੇ ਸੈਕਸ, ਮੁੰਡਾ ਹੈ ਕਿ ਲੜਕੀ ਹੈ ਕਿ ਜਾਂ ਟਰਾਂਸਜੈਂਡਰ ਹੈ। ਹੁਣ ਜੇ ਬੱਚੇ ਨੇ ਇੰਡੀਅਨ ਸਿਸਟਮ ਦੇ ਵਿੱਚ ਲੜਕਾ ਬਣ ਕੇ ਜਨਮ ਲਿਆ ਤਾਂ ਉਸ ਨੂੰ ਹੋਰ ਤਰ੍ਹਾਂ ਦਾ ਟ੍ਰੀਟਮੈਂਟ ਮਿਲੇਗਾ। ਮੇ ਬੀ ਲੜਕੀ ਬਣ ਕੇ ਲਿਆ ਕਿਸੇ ਰੂਰਲ ਏਰੀਆ ਦੇ ਵਿੱਚ ਤਾਂ ਉਹਨੂੰ ਹੋਰ ਤਰ੍ਹਾਂ ਦਾ ਟ੍ਰੀਟਮੈਂਟ ਮਿਲੇਗਾ। ਬਟ ਜੇ ਉਹ ਅਦਰ ਜੈਂਡਰ 'ਚ ਆ ਗਿਆ, ਜਿਵੇਂ ਟਰਾਂਸਜੈਂਡਰ ਹੈ, ਤਾਂ ਮੇ ਬੀ ਉਸਦੇ ਬਰਥ ਨੂੰ ਵੈਲਕਮ ਨਹੀਂ ਕੀਤਾ ਜਾਂਦਾ। ਤਾਂ ਇਸ ਤੋਂ ਵੀ ਉਸਦਾ ਜਿਹੜਾ ਸੈਕਸ ਹੈ, ਦੇਖੋ ਬੱਚੇ ਦੀ ਡਿਵੈਲਪਮੈਂਟ ਦੇ ਉੱਤੇ ਅਸਰ ਪਾ ਰਿਹਾ। ਬੱਚੇ ਦੀ ਏਜ ਕਿੰਨੀ ਹੈ, ਜਿਵੇਂ ਜਿਵੇਂ ਬੱਚੇ ਦੀ ਏਜ ਅੱਗੇ ਅੱਗੇ ਜਾਈ ਜਾਂਦੀ ਹੈ ਤਾਂ ਬੱਚਾ ਹੈ ਜਿਹੜਾ ਉਹ ਬਹੁਤ ਜ਼ਿਆਦਾ ਜਿਹੜੀ ਉਸਨੂੰ ਅੰਡਰਸਟੈਂਡਿੰਗ ਹੈ, ਜਿਹੜੀ ਉਹਦੀ ਅੰਡਰਸਟੈਂਡਿੰਗ ਦੇ ਵਿੱਚ ਫਰਕ ਆਉਂਦਾ ਜਾਂਦਾ। ਸਿਹਤ ਕੈਸੀ ਹੈ ਬੱਚੇ ਦੀ, ਕੀ ਉਹ ਹੈਲਦੀ ਹੈ ਫਿਜ਼ੀਕਲੀ ਜਾਂ ਮੈਂਟਲੀ। ਜੇ ਉਸਨੂੰ ਕੋਈ ਫਿਜ਼ੀਕਲ ਪ੍ਰੋਬਲਮ ਹੈ ਤਾਂ ਉਹਦੀ ਡਿਵੈਲਪਮੈਂਟ ਤੇ ਪੱਕਾ ਅਸਰ ਜਾਏਗਾ। ਸੋ ਤੁਸੀਂ ਦੇਖਦੇ ਹੋਗੇ ਕਿ ਮਾਈਕਰੋ ਸਿਸਟਮ ਦੇ ਵਿੱਚ ਸਭ ਤੋਂ ਪਹਿਲੇ ਸਟੈਪ ਤੇ ਬੱਚਾ ਖੁਦ, ਲੜਕਾ ਹੈ ਲੜਕੀ ਹੈ ਟਰਾਂਸਜੈਂਡਰ ਹੈ, ਉਹਦੀ ਏਜ ਕੀ ਹੈ, ਉਹਦੀ ਹੈਲਥ ਕੈਸੀ ਹੈ, ਇਹ ਉਹਦੀ ਡਿਵੈਲਪਮੈਂਟ ਦੇ ਉੱਤੇ ਪੋਜ਼ਿਟਿਵ ਜਾਂ ਨੈਗੇਟਿਵ ਪ੍ਰਭਾਵ ਪਾਉਂਦਾ ਹੈ। ਦੈਨ ਮਾਈਕਰੋ ਸਿਸਟਮ ਦੀ ਗੱਲ ਫਿਰ ਅਗੇਨ ਆ ਗਈ, ਜਿਹੜੀ ਕਰੀਮ ਜੇ ਸਰਕਲ ਦੇ ਵਿੱਚ ਹੈ, ਬੱਚੇ ਦੀ ਫੈਮਿਲੀ ਹੁਣ ਕੈਸੀ ਹੈ, ਫੈਮਿਲੀ ਕਿੰਨੀ ਕੁ ਪੜ੍ਹੀ ਹੈ, ਠੀਕ ਹੈ, ਉਸਦੇ ਉਹਨਾਂ ਕੋਲੇ ਕਿੰਨੇ ਪੈਸੇ ਨੇ, ਬੱਚੇ ਨੂੰ ਹੈਲਥ ਸਰਵਿਸਿਜ਼ ਉਹਦੇ ਘਰ ਦੇ ਕੀ ਵੈਕਸੀਨੇਸ਼ਨ ਤੋਂ ਪ੍ਰੋਪਰ ਵਾਕਿਫ ਨੇ, ਬੱਚਾ ਚਰਚ ਜਾਂਦਾ ਹੈ, ਉਹਦੇ ਪੈਰੈਂਟਸ ਨੇ ਜਿਹੜੇ ਉਹ ਸੈਕੂਲਰ ਮਾਈਂਡਡ ਨੇ, ਰਿਲੀਜੀਅਸ ਮਾਈਂਡਡ ਨੇ, ਬੱਚਾ ਕਿਸ ਤਰ੍ਹਾਂ ਦੇ ਗੁਆਂਢ 'ਚ ਖੇਲਦਾ, ਉਹਦੇ ਦੋਸਤ ਮਿੱਤਰ ਕੈਸੇ ਨੇ, ਸਕੂਲ ਕੈਸਾ ਹੈ, ਇਹ ਸਾਰਾ ਕੁਝ ਮਾਈਕਰੋ ਸਿਸਟਮ 'ਚ ਹੈ। ਐਗਜ਼ੋ ਸਿਸਟਮ ਦੇ ਵਿੱਚ ਕੀ ਹੈ, ਇਸ ਦੇ ਵਿੱਚ ਲਿੰਕ ਹੈ ਜੀ ਦੋ ਸੈਟਿੰਗਸ ਦੇ ਵਿੱਚ। ਦੋ ਸੈਟਿੰਗਸ ਕਿਹੜੀਆਂ ਨੇ, ਇੱਕ ਤਾਂ ਹੈ ਇਮੀਡੀਏਟ ਸੈਟਿੰਗ। ਇਮੀਡੀਏਟ ਸੈਟਿੰਗ ਮੀਨਸ ਜਿਹੜੀ ਬੱਚੇ ਦੀ ਫਸਟ ਫੈਮਿਲੀ ਹੈ, ਫਸਟ ਫੈਮਿਲੀ ਮੈਂਬਰਸ ਨੇ, ਔਰ ਦੂਸਰੀ ਹੈ ਜਿਹਦੇ ਵਿੱਚ ਬੱਚਾ ਐਕਟਿਵਲੀ ਕੋਈ ਰੋਲ ਨਹੀਂ ਪਲੇ ਕਰਦਾ। ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਸਾਡੀ ਗਲੀ ਦੇ ਜਿਹੜੇ ਬਾਕੀ ਲੋਕ, ਜੇ ਅਸੀਂ ਉਹਨਾਂ ਨਾਲ ਚੰਗੀ ਤਰ੍ਹਾਂ ਨਹੀਂ ਮਿਲਦੇ ਵਰਤਦੇ ਤਾਂ ਉਹ ਐਕਸੋ ਸਿਸਟਮ ਦਾ ਪਾਰਟ ਨੇ। ਤਾਂ ਇਹਦਾ ਮਤਲਬ ਐਗਜ਼ੋ ਸਿਸਟਮ ਦੇ ਵਿੱਚ ਕਿਹੜੇ ਲੋਕ ਆ ਗਏ, ਜਿਹੜੇ ਸਾਡੇ ਫੈਮਿਲੀ ਦੇ ਗਾਹਾਂ ਫਰੈਂਡਸ ਨੇ, ਸਾਡੇ ਗੁਆਂਢੀ ਨੇ, ਅਸੀਂ ਉਹਨਾਂ ਨਾਲ ਸਾਡਾ ਬਹੁਤੀ ਨੇੜਤਾ ਨਹੀਂ ਹੈ, ਜਾਂ ਅਸੀਂ ਕਹੀਏ ਕਿ ਮਾਸ ਮੀਡੀਆ, ਕਿਸ ਤਰ੍ਹਾਂ ਦੇ ਅਖਬਾਰ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਨੂੰ, ਕਿਸ ਤਰ੍ਹਾਂ ਦਾ ਮੀਡੀਆ, ਕਿਸ ਤਰ੍ਹਾਂ ਦੀਆਂ ਨਿਊਜ਼ਪੇਪਰਸ ਦੇ ਵਿੱਚ ਨਿਊਜ਼ ਆਉਂਦੀਆਂ ਨੇ। ਸੋ ਦਿਸ ਇਜ਼ ਦ ਮਾਸ ਮੀਡੀਆ। ਹੁਣ ਤੁਸੀਂ ਦੇਖਦੇ ਹੋਗੇ ਕਿ ਜਿਵੇਂ ਅੱਜ ਕੱਲ੍ਹ ਦਾ ਸਿਸਟਮ ਹੈ, ਦੇਖੋ ਧਿਆਨ ਨਾਲ ਸੁਣੋ, ਐਗਜ਼ੋ ਸਿਸਟਮ ਦੇ ਵਿੱਚ ਕੀ ਹੈ ਕਿ ਤੁਸੀਂ ਆਪਣੇ ਆਪਣੇ ਘਰੇ ਬੈਠੇ ਹੋ, ਸਾਰੇ ਅਸੀਂ ਲੋਕਡਾਊਨ ਘਰ ਦੇ ਵਿੱਚ ਸਟਕ ਹੋ ਗਏ, ਬਟ ਬਾਹਰਲੀ ਦੁਨੀਆ ਦੇਖੋ ਕਿਹੜੀ, ਜਿਹਦੇ ਵਿੱਚ ਸਾਡਾ ਮਾਸ ਮੀਡੀਆ, ਅਸੀਂ ਅੱਜ ਦੇਖੀਏ ਅਖਬਾਰ ਫੋਲ ਲਓ, ਤੁਸੀਂ ਕੋਈ ਵਟਸਐਪ ਦੇਖੋ, ਫੇਸਬੁੱਕ ਦੇਖੋ, ਟਵਿੱਟਰ ਦੇਖੋ, ਐਵਰੀਵੇਅਰ ਇਜ਼ ਕਰੋਨਾ ਕਰੋਨਾ ਕਰੋਨਾ। ਸੋ ਇਸ ਦਾ ਮਤਲਬ ਕੀ ਹੈ ਕਿ ਤੁਹਾਨੂੰ ਦੋਨਾਂ ਚੀਜ਼ਾਂ ਨੇ ਜਿਹੜੀਆਂ, ਇੱਕ ਦੇ ਵਿੱਚ ਤੁਸੀਂ ਐਕਟਿਵਲੀ ਕੁਝ ਨਹੀਂ ਕਰ ਰਹੇ, ਤੁਸੀਂ ਤਾਂ ਘਰੇ ਬੈਠੇ ਹੋ, ਪਰ ਉਹ ਚੀਜ਼ ਤੁਹਾਨੂੰ ਕੀ ਕਰ ਰਹੀ ਹੈਗੀ, ਤੁਹਾਡੇ ਤੇ ਪ੍ਰਭਾਵ ਪਾ ਰਹੀ ਹੈ। ਕਿਸ ਤਰੀਕੇ ਨਾਲ, ਕਿ ਤੁਸੀਂ ਮੈਂਟਲੀ ਡਿਸਟਰਬ ਹੋ ਜਾਂਦੇ ਹੋ ਜਦੋਂ ਤੁਸੀਂ ਨਿਊਜ਼ ਸੁਣਦੇ ਹੋਗੇ ਕਿ ਹਾਏ ਪਤਾ ਨਹੀਂ ਹੋਣਾ, ਹੁਣ ਫਿਰ ਐਵੇਂ ਹੋ ਗਿਆ, ਹੁਣ ਫਿਰ ਐਵੇਂ ਹੋ ਗਿਆ। ਸੋ ਇਹ ਇੱਕ ਸੋ ਸਿਸਟਮ ਹੁੰਦਾ ਹੈ ਜਿਹੜਾ ਤੁਹਾਡੀ ਇਮੀਡੀਏਟ ਸੈਟਿੰਗ ਦੇ ਵਿੱਚ, ਤੇ ਦੂਸਰਾ ਅਦਰ ਵਨ ਵੇਅਰ ਦ ਪਰਸਨ ਡਜ਼ ਨਾਟ ਪਲੇ ਐਨ ਐਕਟਿਵ ਰੋਲ। ਤੁਹਾਡਾ ਪੂਰੀ ਸੁਸਾਇਟੀ ਦੇ ਵਿੱਚ ਕੋਈ ਵੀ ਐਕਟਿਵ ਰੋਲ ਨਹੀਂ ਹੈਗਾ, ਹੈ ਸਾਰੇ ਲੋਕਾਂ ਦਾ ਨਹੀਂ ਹੁੰਦਾ, ਜਿਹੜੇ ਮੇਨ ਲੀਡਰਸ ਨੇ ਉਹ ਰੋਲ ਪਲੇ ਕਰ ਰਹੇ ਨੇ, ਬਾਕੀ ਅਸੀਂ ਕਮਾਂਡਸ ਫੋਲੋ ਕਰਦੇ ਹਾਂ। ਪਰ ਅੱਜ ਕੱਲ੍ਹ ਜਿਵੇਂ ਆਪਾਂ ਤਾਂ ਹੁਣ ਘਰੇ ਬੈਠੇ ਹਾਂ, ਸੋ ਐਗਜ਼ੋ ਸਿਸਟਮ ਦੇ ਵਿੱਚ ਦੋਨਾਂ ਦੇ ਵਿੱਚ ਲਿੰਕ ਹੋਏਗਾ। ਔਰ ਹੈਲਥ ਸਰਵਿਸਿਜ਼ ਤੁਸੀਂ ਦੇਖੋ, ਜੋ ਸਾਡੇ ਪੀਅਰ ਨੇ ਉਹ ਅੱਗੇ ਅੱਗੇ ਚੱਲੀ ਜਾਂਦੇ ਨੇ, ਦੋਸਤ ਮਿੱਤਰ ਇੱਥੇ ਵੀ ਨੇ, ਤੁਹਾਡੇ ਵੀ ਨੇ, ਤੁਹਾਡੀ ਦੇਖੋ ਪਹਿਲੇ ਤੁਹਾਡੇ ਨੇ, ਫਿਰ ਅਗਲੇ ਸਿਸਟਮ ਦੇ ਵਿੱਚ ਅੱਗੇ ਚੱਲੋ, ਦੈਟ ਇਜ਼ ਕਾਲਡ ਐਗਜ਼ੋ ਸਿਸਟਮ ਦੇ ਵਿੱਚ ਇੱਕ ਸੋਸ਼ਲ ਵੈਲਫੇਅਰ ਸਰਵਿਸਿਜ਼ ਵੀ ਹੋਣਗੀਆਂ। ਸੋਸ਼ਲ ਵੈਲਫੇਅਰ ਸਰਵਿਸਿਜ਼ ਕਿ ਕੀ ਅਸੀਂ ਸੋਸਾਇਟੀ ਦੀ ਇੰਪਰੂਵਮੈਂਟ ਦੇ ਲਈ ਅਸੀਂ ਕੀ ਕੰਮ ਕਰ ਰਹੇ ਹਾਂ, ਵਿਚ ਸਟੈਪਸ ਵੀ ਆਰ ਗੋਇੰਗ ਟੂ ਟੇਕ। ਸੋ ਇਹ ਸਾਰਾ ਕੁਝ ਆ ਜਾਂਦਾ ਸਾਡੇ ਬਾਹਰਲੇ ਸਿਸਟਮ ਦੇ ਵਿੱਚ। ਫਿਰ ਅਸੀਂ ਗੱਲ, ਜਿਵੇਂ ਮੈਂ ਤੁਹਾਨੂੰ ਸਿੱਧੀ ਐਗਜ਼ਾਮਪਲ ਦੇਵਾਂ ਕਿ ਸਭ ਤੋਂ ਪਹਿਲਾਂ ਜੋ ਮਾਈਕਰੋ ਸਿਸਟਮ ਹੈ, ਮੈਂ ਆ, ਮੇਰੀ ਫੈਮਿਲੀ ਹੈ। ਫਿਰ ਮੈਜ਼ੋ ਸਿਸਟਮ ਦੇ ਵਿੱਚ ਕੌਣ ਹੈ, ਮੇਰਾ ਕਾਲਜ, ਮੇਰੀ ਜੌਬ, ਮੇਰੀ ਪੂਨੀਆ ਕਲੋਨੀ, ਮੇਰੀ ਗਲੀ। ਐਗਜ਼ੋ ਸਿਸਟਮ ਦੇ ਵਿੱਚ ਕੌਣ ਹੈ, ਐਗਜ਼ੋ ਸਿਸਟਮ ਦੇ ਵਿੱਚ ਪੂਰਾ ਸੰਗਰੂਰ, ਸੰਗਰੂਰ ਦੇ ਵਿੱਚ ਮੇਰੇ ਰਿਲੇਸ਼ਨਸ, ਜਾਂ ਜਿਹੜੀ ਜਿਹੜੀ ਵੀ ਸਿਟੀ ਦੇ ਵਿੱਚ ਮੇਰੇ
ਰਿਲੇਟਿਵਸ ਬੈਠੇ ਨੇ, ਫਰੈਂਡਸ ਬੈਠੇ ਨੇ, ਉਹ ਜਾਂ ਮਾਸ ਮੀਡੀਆ, ਪੂਰੇ ਪੂਰੇ ਵਰਲਡ ਦਾ ਮਾਸ ਮੀਡੀਆ ਸਾਨੂੰ ਇਸ ਟਾਈਮ ਇਨਫਲੂਐਂਸ ਕਰ ਰਿਹਾ, ਜਾਂ ਫਿਰ ਸੋਸ਼ਲ ਵੈਲਫੇਅਰ ਸਰਵਿਸਿਜ਼। ਹੁਣ ਸਭ ਤੋਂ ਵੱਡਾ ਸਿਸਟਮ ਹੈ ਜੀ ਮੈਕਰੋ ਸਿਸਟਮ। ਮੈਕਰੋ ਸਿਸਟਮ ਕੀ ਹੈ? ਮੈਕਰੋ ਸਿਸਟਮ ਦੇ ਵਿੱਚ ਕੀ ਹੋਏਗਾ? ਸਾਡਾ ਕਲਚਰ, ਅਸੀਂ ਕਿਸ ਕਲਚਰ ਨੂੰ ਬਿਲੋਂਗ ਕਰਦੇ ਹਾਂ? ਵੀ ਆਰ ਆਲ ਪੰਜਾਬੀਜ਼। ਫਿਰ ਸਾਡੀਆਂ ਵੈਲਿਊਜ਼ ਕੀ ਨੇ, ਸਾਡੇ ਬਿਲੀਵਸ ਕੀ ਨੇ, ਸਾਡੇ ਕਸਟਮਸ ਕੀ ਨੇ, ਸਾਡੇ ਲਾਜ਼ ਕੀ ਨੇ, ਕਿਸ ਕਲਚਰ ਦੇ ਵਿੱਚ ਅਸੀਂ ਗਰੋ ਕੀਤੇ ਆ, ਜਿਸ ਕਲਚਰ 'ਚ ਅਸੀਂ ਗਰੋ ਕੀਤੇ ਆ ਉੱਥੇ ਕਿਸ ਤਰ੍ਹਾਂ ਦੇ ਬਿਲੀਵਸ ਨੇ, ਅਸੀਂ ਕਿੰਨੀਆਂ ਗੱਲਾਂ ਨੂੰ ਮੰਨਦੇ ਹਾਂ, ਕਿਹੋ ਜਿਹੀਆਂ ਸਾਡੀਆਂ ਸਾਡੇ ਲਾਜ਼, ਸਾਡੇ ਰੂਲਸ ਰੈਗੂਲੇਸ਼ਨਸ ਕੈਸੇ ਨੇ, ਸਾਡੇ ਪੈਰੈਂਟਸ ਸਾਨੂੰ ਕਿਵੇਂ ਵੱਡਾ ਕਰਦੇ ਨੇ, ਟੀਚਰ ਸਾਨੂੰ ਕਿਵੇਂ ਟਰੀਟ ਕਰਦੇ ਨੇ। ਜਿਵੇਂ ਸਾਡੇ ਸਿਸਟਮ 'ਚ ਹੈ ਕਿ ਸਾਨੂੰ ਪੈਰੈਂਟਸ ਵੱਡਾ ਕਰਦੇ ਨੇ ਔਰ ਸਾਨੂੰ ਐਕਸਪੈਕਟ ਕੀਤਾ ਜਾਂਦਾ ਕਿ ਸਾਨੂੰ ਉਹਨਾਂ ਨੂੰ ਓਬੇ ਕਰਨਾ ਚਾਹੀਦਾ ਹੈ। ਲੜਕਿਆਂ ਨੂੰ ਕੁਝ ਫਰੀडम ਦਿੱਤੀ ਜਾਂਦੀ ਹੈ ਕਿ ਉਹ ਲੇਟ ਆ ਸਕਦੇ ਨੇ, ਲੜਕੀਆਂ ਨੂੰ ਫਰੀडम ਨਹੀਂ ਦਿੱਤੀ ਜਾਂਦੀ, ਉਹ ਲੇਟ ਨਹੀਂ ਆ ਸਕਦੀਆਂ। ਦੇਖੋ ਕਿਸ ਤਰੀਕੇ ਨਾਲ ਬੱਚਿਆਂ ਨੂੰ ਰੇਜ਼ ਕੀਤਾ ਹੈ। ਬਹੁਤ ਲੜਕੀਆਂ ਦੇ ਪੈਰੈਂਟਸ ਨੇ ਉਹਨਾਂ ਨੂੰ ਲੜਕਿਆਂ ਵਾਂਗੂ ਵੀ ਰੇਜ਼ ਕੀਤਾ ਹੋ ਸਕਦਾ ਨਹੀਂ, ਯੂ ਬੋਥ ਆਰ ਇਕੁਅਲ, ਸਨ ਔਰ ਡਾਟਰ। ਸੋ ਤੁਹਾਡੇ ਟੀਚਰਸ, ਕੀ ਤੁਹਾਡੇ ਟੀਚਰਸ ਨੇ ਤੁਹਾਨੂੰ ਇਸ ਤਰ੍ਹਾਂ ਰੇਜ਼ ਕੀਤਾ ਕਿ ਤੁਸੀਂ ਉਹਨਾਂ ਨੂੰ ਕੋਈ ਕੁਐਸਚਨ ਕਰ ਸਕਦੇ ਹੋ, ਜਾਂ ਤੁਸੀਂ ਜਸਟ ਪੈਸਿਵ ਲਿਸਨਰਸ ਹੋ, ਤੁਸੀਂ ਉਹਨਾਂ ਨੂੰ ਸਿਰਫ ਸੁਣਦੇ ਹੋ। ਸੋ ਮੈਕਰੋ ਸਿਸਟਮ ਹੈ ਨਾ ਜਿਹੜਾ ਤੁਹਾਡਾ ਕਲਚਰ ਹੈ, ਉਹ ਜ਼ਰੂਰ ਇਨਫਲੂਐਂਸ ਕਰਦਾਗਾ ਤੁਹਾਡੇ ਪੈਰੈਂਟਸ ਤੁਹਾਨੂੰ ਕਿਸ ਤਰੀਕੇ ਨਾਲ ਟਰੀਟ ਕਰਦੇ ਨੇ, ਤੁਹਾਨੂੰ ਸੋਸਾਇਟੀ ਕਿਸ ਤਰੀਕੇ ਨਾਲ ਟਰੀਟ ਕਰਦੀ ਹੈ। ਔਰ ਮੈਕਰੋ ਸਿਸਟਮ ਦੇ ਵਿੱਚ ਕੌਨਸ਼ੀਅਸ ਤੇ ਅਨਕੌਨਸ਼ੀਅਸ ਵੀ ਹੋ ਸਕਦਾ। ਜਿਵੇਂ ਅਸੀਂ ਕੌਨਸ਼ੀਅਸਲੀ ਵੀ ਕੁਝ ਗੱਲਾਂ ਕਰਦੇ ਹੋ ਸਕਦੇ ਹਾਂਗੇ, ਅਨਕੌਨਸ਼ੀਅਸਲੀ ਮੀਨ ਸਾਰੇ ਕਰਦੇ ਨੇ ਤਾਂ ਅਸੀਂ ਵੀ ਕਰੀ ਜਾਂਦੇ ਹਾਂ ਉਹੀ ਸਾਰੀਆਂ ਚੀਜ਼ਾਂ। ਮਤਲਬ ਕੁਝ ਵੈਲਿਊਜ਼ ਨੇ ਜਿਹੜੀਆਂ ਅਸੀਂ ਕੌਨਸ਼ੀਅਸਲੀ ਫੋਲੋ ਕਰਦੇ ਹਾਂ, ਬਟ ਕੁਝ ਵੈਲਿਊਜ਼ ਨੇ ਜਿਹੜੀਆਂ ਸਾਡੇ ਆਲਰੇਡੀ ਮਾਈਂਡ 'ਚ ਵੈਸੇ ਹੀ ਬਣ ਜਾਂਦੀਆਂ ਨੇ ਕਿ ਨਹੀਂ, ਮੇਰੀ ਮਦਰ ਵੀ ਇਸੇ ਤਰੀਕੇ ਨਾਲ ਸੀ ਤਾਂ ਠੀਕ ਹੈ, ਕੁੜੀਆਂ ਨੂੰ ਐਵੇਂ ਹੀ ਹੋਣਾ ਚਾਹੀਦਾ। ਸੋ ਦਿਸ ਇਜ਼ ਦ ਅਨਕੌਨਸ਼ੀਅਸ ਆਈਡੀਆ ਵਿਚ ਐਗਜ਼ਿਸਟ ਇਨ ਆਰ ਮਾਈਂਡ। ਸਾਡੀ ਸੋਸਾਇਟੀ ਦੀਆਂ ਵੈਲਿਊਜ਼, ਲੈਜਿਸਲੇਸ਼ਨ, ਫਾਈਨੈਂਸ਼ੀਅਲ ਰਿਸੋਰਸਿਸ ਜਿਹੜੇ ਵੀ ਸੋਸਾਇਟੀ ਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ ਟੂ ਹੈਲਪ ਫੈਮਿਲੀ ਫੰਕਸ਼ਨਸ, ਇਹ ਵੀ ਸਾਨੂੰ ਬਹੁਤ ਜ਼ਿਆਦਾ ਇਨਫਲੂਐਂਸ ਕਰਦੇ ਨੇ। ਸਾਡੇ ਪੈਰੈਂਟਸ ਦੀ ਜੌਬ। ਸੋ ਸਭ ਤੋਂ ਜ਼ਿਆਦਾ ਵੱਡਾ ਹੁੰਦਾ ਹੈ ਮੈਕਰੋ ਸਿਸਟਮ ਜਿਸ ਨੇ ਸਾਨੂੰ ਇਨਫਲੂਐਂਸ ਕਰਨਾ ਹੈ। ਦੈਨ ਕ੍ਰੋਨੋ ਸਿਸਟਮ। ਹੁਣ ਕ੍ਰੋਨੋ ਸਿਸਟਮ ਕੀ ਸੀ? ਧਿਆਨ ਨਾਲ ਦੇਖੋ, ਦੁਬਾਰਾ ਉਸ ਚਾਰਟ ਤੇ ਹੀ ਆ ਗਏ ਆਪਾਂ। ਕ੍ਰੋਨੋ ਸਿਸਟਮ ਹੁੰਦਾ ਹੈ ਕਿ ਇੱਕ ਟਾਈਮ ਦੇ ਨਾਲ, ਜਿਵੇਂ ਤੁਸੀਂ ਦੇਖੋ ਟਾਈਮ ਚੇਂਜ ਹੁੰਦਾ ਰਹਿੰਦਾ। ਜਦੋਂ ਤੁਸੀਂ ਛੋਟੇ ਸੀ ਫਿਰ ਹੌਲੀ ਹੌਲੀ ਵੱਡੇ ਹੋਏ, ਕਿਸ ਤਰੀਕੇ ਦੇ ਨਾਲ ਕੰਡੀਸ਼ਨਸ ਚੇਂਜ ਹੋਈਆਂ, ਟਾਈਮ ਚੇਂਜ ਹੋਇਆ, ਤੁਹਾਡੀ ਲਾਈਫ ਦੇ ਵਿੱਚ ਈਵੈਂਟਸ ਚੇਂਜ ਹੋਈਆਂ। ਜਾਂ ਜਿਵੇਂ ਪਹਿਲਾਂ ਅਸੀਂ ਹੁਣ ਇੱਕ ਫੇਜ਼ ਬਣਾ ਲੈਂਦੇ ਹਾਂ ਕਿ ਕਰੋਨਾ ਵਾਇਰਸ ਤੋਂ ਪਹਿਲਾਂ ਸਾਡੀ ਲਾਈਫ ਕਿਸ ਤਰ੍ਹਾਂ ਦੀ ਸੀ, ਹੁਣ ਕਿਸ ਤਰ੍ਹਾਂ ਦੀ ਹੈ। ਇਹ ਇੱਕ ਇਵੈਂਟ ਹੈ ਜਿਸ ਨੇ ਸਾਡਾ ਲਾਈਫ ਸਟਾਈਲ ਚੇਂਜ ਕਰਤਾ। ਸੋ ਕ੍ਰੋਨੋ ਸਿਸਟਮ ਦੇ ਵਿੱਚ ਕੀ ਹੋਏਗਾ? ਇੱਕ ਟਾਈਮ ਇੱਕ ਬੱਚੇ ਨੂੰ ਕਿਵੇਂ ਚੇਂਜ ਕਰਦਾ ਹੈ। ਐਜ਼ ਅ ਚਾਈਲਡ ਤੁਸੀਂ ਕਿਵੇਂ ਬਿਹੇਵ ਕਰਦੇ ਹੋ, ਫਿਰ ਵੱਡੇ ਹੋ ਕੇ ਕਿਵੇਂ ਬਿਹੇਵ ਕਰਦੇ ਹੋ, ਐਜ਼ ਅ ਪੈਰੈਂਟ ਕਿਵੇਂ ਬਿਹੇਵ ਕਰਦੇ ਹੋ, ਬਜ਼ੁਰਗ ਹੋ ਕੇ ਕਿਵੇਂ ਬਿਹੇਵ ਕਰਦੇ ਹੋ। So patterning of environmental events and transitions over the life course, ਸੋਸ਼ੋ ਹਿਸਟੋਰੀਕਲ ਕੰਡੀਸ਼ਨਸ। ਸਾਡੀ ਸੋਸਾਇਟੀ ਦੇ ਵਿੱਚ ਜਦੋਂ ਕੋਈ ਵੀ ਚੇਂਜਸ ਆਉਂਦੀਆਂ ਨੇ, ਜਿਵੇਂ ਹੁਣ ਅਸੀਂ ਸੋਚਦੇ ਹਾਂ ਕਿ ਅੱਜ ਕੱਲ੍ਹ ਜੋ ਵੀ ਕੋਵਿਡ-19 ਦਾ ਫੇਸ ਚੱਲ ਰਿਹਾ, ਤਾਂ ਇਸ ਦੇ ਵਿੱਚ ਕੀ ਹੋਏਗਾ। ਮੇ ਬੀ ਅਸੀਂ ਦੇਖਿਆ ਕਿ ਅਸੀਂ ਲੋਕ ਬਹੁਤ ਰਸ਼ ਦੇ ਵਿੱਚ ਸੀ, ਸਾਨੂੰ ਬਿਲਕੁਲ ਫੁਰਸਤ ਨਹੀਂ ਸੀ ਆਪਣੇ ਲਈ, ਬਟ ਇਸ ਫੇਜ਼ ਨੇ ਸਾਨੂੰ ਬਿਠਾਇਆ, ਅਸੀਂ ਬੈਠ ਕੇ ਸੋਚਿਆ ਕਿ ਨਹੀਂ, ਇੰਨੀ ਜ਼ਿੰਦਗੀ ਦੇ ਵਿੱਚ ਕੋਈ ਲੋੜਾਂ ਬਹੁਤੀਆਂ ਤਾਂ ਹੈ ਨਹੀਂ, ਫਿਰ ਵੀ ਜ਼ਿੰਦਗੀ ਵਧੀਆ ਚੱਲੀ ਜਾ ਰਹੀ ਹੈ। ਮੇ ਬੀ ਜਦੋਂ ਲੋਕਡਾਊਨ ਖੁੱਲਦਾ ਹੈ, ਮੇ ਬੀ ਜਦੋਂ ਇਹ ਸਾਰਾ ਇੰਪੈਕਟ ਖਤਮ ਹੋ ਜਾਂਦਾ, ਤੁਸੀਂ ਦੇਖੋਗੇ ਕਿ ਹੋ ਸਕਦਾ ਲੋਕਾਂ ਦੇ ਲਾਈਫ ਸਟਾਈਲ 'ਚ ਚੇਂਜ ਆਵੇ। ਦਿਸ ਇਜ਼ ਦ ਸੋਸ਼ੀਓ एनवायरमेंटल प्रॉब्लम। ऐसी कंडीशन राइज होगी जिसने की करता साडे माइंड सैट ਨੂੰ ਚੇਂਜ ਕਰਤਾ। ਹੋ ਸਕਦਾ ਲੋਕ ਵਾਕਈ ਬਹੁਤ ਘੱਟ ਗੈਦਰਿੰਗਸ ਕਰਨ ਲੱਗ ਜਾਣ ਵਿਆਹਾਂ ਤੇ। ਹੋ ਸਕਦਾ ਲੋਕ ਸੱਚੀ ਸੋਚਣ ਕਿ ਜਦੋਂ ਕਿਸ ਦੀ ਡੈਥ ਹੋ ਜਾਂਦੀ ਹੈ ਤਾਂ ਵੀ are not supposed to invite so many persons for the ceremonies। ਜਾਂ ਇਹ ਵੀ ਹੋ ਸਕਦਾ ਕਿ ਜਿਵੇਂ ਅੱਜ ਕੱਲ੍ਹ ਅਸੀਂ ਲੋਕ ਆਪਦੇ ਘਰਾਂ 'ਚ ਆਪ ਕੰਮ ਕਰ ਰਹੇ ਹਾਂਗੇ ਵਿਦਆਊਟ ਦ ਅਸਿਸਟੈਂਸ ਆਫ ਮੇਡਸ, ਅਸੀਂ ਸੋਚਣ ਲੱਗ ਜਾਈਏ ਕਿ ਨਹੀਂ ਐਡੀ ਗੱਲ ਨਹੀਂ, ਅਸੀਂ ਘਰ ਦੇ ਕੰਮ ਖੁਦ ਵੀ ਕਰ ਸਕਦੇ ਹਾਂ। ਜਾਂ ਅਸੀਂ ਇਹ ਸੋਚਣ ਲੱਗ ਜਾਈਏ ਕਿ ਪਹਿਲਾਂ ਵੀ ਤਾਂ ਅਸੀਂ ਘਰੇ ਬੈਠੇ ਸੀ, ਅਸੀਂ ਆਪਣਾ ਜੋ ਬਾਹਰ ਅੰਦਰ ਤੋਰਾ ਫੇਰਾ, ਜੋ ਬਾਹਰਲਾ ਖਾਣਾ, ਹੋ ਸਕਦਾ ਅਸੀਂ ਉਹ ਚੀਜ਼ਾਂ ਨੂੰ ਮਿਨੀਮਾਈਜ਼ ਕਰ ਲਈਏ। ਸੋ ਇਹ ਚੀਜ਼ਾਂ
ਟਾਈਮ ਨਾਲ ਵੀ ਆ ਸਕਦੀਆਂ ਨੇ। ਇੱਕ ਤਾਂ ਟਾਈਮ ਦੇ ਨਾਲ ਦੇਖੋ ਤੁਹਾਡੀ ਨੇਚਰ ਵੈਸੇ ਹੀ ਚੇਂਜ ਹੋਏਗੀ। ਇੱਕ ਬੱਚਾ ਹੋਰ ਤਰ੍ਹਾਂ ਸੋਚਦਾ, ਵੱਡਾ ਹੋਰ ਤਰ੍ਹਾਂ ਸੋਚਦਾ। ਪਰ ਜੇ ਕੋਈ ਇਸ ਤਰ੍ਹਾਂ ਦੀ ਇੱਕਦਮ ਕੋਈ ਇੰਸੀਡੈਂਟ ਆ ਜਾਂਦੀ ਹੈ, ਮੰਨ ਲਓ ਕੋਈ ਵਾਰ ਹੋ ਗਈ, ਲੜਾਈ ਹੋ ਗਈ, ਉਦੋਂ ਜਾਂ ਕੋਈ ਅਸੀਂ ਨੈਚੁਰਲ ਡਿਜ਼ਾਸਟਰ ਦੇ ਸ਼ਿਕਾਰ ਹੋ ਗਏ, ਤਾਂ ਫਿਰ ਉਸ ਤੋਂ ਬਾਅਦ ਦੀ ਲਾਈਫ ਹੈ ਜਿਹੜੀ ਸਾਨੂੰ ਚੇਂਜ ਕਰ ਸਕਦੀ ਹੈਗੀ। ਸੋ ਕ੍ਰੋਨੋ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਇਹ ਟਾਈਮ which demonstrates the influence of both change and constancy in the children's environments। ਬੱਚੇ ਦਾ environment change ਹੋ ਗਿਆ, ਜਿਵੇਂ ਬੱਚੇ ਦੀ ਫੈਮਿਲੀ ਸਟਰਕਚਰ ਦੇ ਵਿੱਚ ਚੇਂਜ ਆ ਗਈ, ਐਮਪਲੋਇਮੈਂਟ ਸਟੇਟਸ ਦੇ ਵਿੱਚ ਚੇਂਜ ਆ ਜਾਂਦਾ, ਜਾਂ ਸੋਸਾਇਟੀ ਦੇ ਵਿੱਚ ਕੋਈ ਇਕਨੋਮਿਕ ਸਾਈਕਲ ਆ ਜਾਂਦਾ। ਜਿਵੇਂ ਅਸੀਂ ਦੇਖਦੇ ਹਾਂ ਕਿ ਰਿਸੈਸ਼ਨ ਹੋ ਜਾਣਾ ਹੈ ਹੁਣ, ਇਹ ਡਰ ਹੈ ਕਿ ਬਹੁਤ ਸਾਰੀਆਂ ਜੌਬਸ ਚਲੀਆਂ ਜਾਣਗੀਆਂ, ਤਾਂ ਤੁਸੀਂ ਦੇਖੋ ਕਿ ਲੋਕ ਨੇ ਜਿਹੜੇ ਉਹਨਾਂ ਦਾ ਬਿਲਕੁਲ ਵੇ ਆਫ ਥਿੰਕਿੰਗ ਹੈ ਜਿਹੜਾ, ਇਟ ਹੈਜ਼ ਬੀਨ ਟੋਟਲੀ ਚੇਂਜਡ। ਸੋ ਬੜੀ ਅੱਛੀ ਇੱਕ ਉਸਨੇ ਕੋਟੇਸ਼ਨ ਦਿੱਤੀ ਸੀ ਯੂਰੀ ਬ੍ਰੌਨ ਬ੍ਰੈਨਰ ਨੇ, कि in order to develop normally, a child requires progressively more complex joint activity with one or more adults who have an irrational emotional relationship with the child. Somebody's somebody just got to be crazy about the kid, that's number one, first, last and always। ਸੋ ਇਸ ਦੇ ਵਿੱਚ ਉਹਨਾਂ ਨੇ ਮੇਨ ਇਹੀ ਮੇਨ ਉਸਦਾ ਫੋਕਸ ਸੀ ਕਿ ਜਿਹੜਾ ਬੱਚਾ ਹੈ ਉਸਨੂੰ ਅਸੀਂ ਬਹੁਤ ਜ਼ਿਆਦਾ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰੱਖਣਾ ਹੈ, ਕੰਪਲੈਕਸ ਐਕਟੀਵਿਟੀਜ਼, ਜੁਆਇੰਟ ਐਕਟੀਵਿਟੀਜ਼, ਜਿਹਦੇ ਵਿੱਚ ਦੇਰ ਆਰ ਸੋ ਮੈਨੀ ਪਰਸਨਸ ਟੂ ਇੰਟਰੈਕਟ ਵਿਦ ਹਿਮ, ਔਰ ਕੋਈ ਰੈਸ਼ਨਲ ਰਿਲੇਸ਼ਨ ਨਹੀਂ ਹੋਣਾ ਚਾਹੀਦਾ, ਸਾਡਾ ਇਮੋਸ਼ਨਲ ਰਿਲੇਸ਼ਨਸ਼ਿਪ ਚਾਹੀਦਾ ਕਿ ਵੀ ਸ਼ੁੱਡ ਟਰਾਈ ਟੂ ਅੰਡਰਸਟੈਂਡ ਆਰ children and their feelings, their opinions, and of course, if we will allow our children to be crazy, of course, they will be number one। So, thank you so much. I think you have understood the topic. These are the references with which I have with from which I have taken the help, and stay home, stay safe, as nowadays this is the time of COVID-19. So I want to give you this message that you have to stay at home if you want to be safe and you are concerned for the safety of your family. So thank you so much.